ਕੀ ਦੇਸ਼ ਦੇ ਵਿੱਚ ਹਾਲਾਤ ਬੱਤਰ ਹੋਣ ਵਾਲੇ ਨੇ? ਕੀ ਦੇਸ਼ ਦੇ ਵਿੱਚ ਹਾਲਾਤ ਹੋਰ ਚਿੰਤਾਜਨਕ ਹੋਣ ਵਾਲੇ ਨੇ? ਕੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ? ਇਹ ਸਵਾਲ ਇਸ ਸਮੇਂ ਹਰ ਕਿਸੇ ਦੇ ਜ਼ਿਹਨ ਵਿੱਚ ਨੇ। ਜੰਗ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੀ ਹੈ, ਪਰ ਇਸ ਦਾ ਅਸਰ ਸਿੱਧੇ ਤੌਰ ਤੇ ਭਾਰਤ ਉੱਤੇ ਵੀ ਪੈਂਦਾ ਵਿਖਾਈ ਦੇ ਰਿਹਾ ਹੈ। ਸਿਲੰਡਰ ਵਾਲਾ ਸੰਕਟ ਤਾਂ ਅਸੀਂ ਸਾਰੇ ਪਹਿਲਾਂ ਹੀ ਵੇਖ ਚੁੱਕੇ ਹਾਂ, ਪਰ ਮਾਹਰਾਂ ਦਾ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਸਾਨੂੰ ਹਰ ਚੀਜ਼ ਦੇ ਲਈ ਤਿਆਰ ਰਹਿਣ ਦੀ ਲੋੜ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੈ। ਇਸੇ ਲਈ ਸਾਨੂੰ ਕੋਰੋਨਾ ਵਾਂਗੂ ਹਰ ਚੀਜ਼ ਦੇ ਲਈ ਤਿਆਰ ਰਹਿਣ ਦੀ ਲੋੜ ਹੈ। ਖਾੜੀ ਮੁਲਕਾਂ ਦੇ ਵਿੱਚ 1 ਕਰੋੜ ਭਾਰਤੀ ਰਹਿੰਦੇ ਨੇ। ਉਹਨਾਂ ਦਾ ਜੀਵਨ ਅਤੇ ਰੋਜ਼ੀ ਰੋਟੀ ਵੀ ਭਾਰਤ ਦੇ ਲਈ ਵੱਡੀ ਚਿੰਤਾ ਨੇ। ਪੀਐਮ ਮੋਦੀ ਨੇ ਕਿਹਾ ਕਿ ਜੇ ਇਹ ਹਾਲਾਤ ਜ਼ਿਆਦਾ ਸਮੇਂ ਤੱਕ ਬਣੇ ਰਹੇ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਹਰ ਚੁਣੌਤੀ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਯੁੱਧ ਸ਼ੁਰੂ ਹੋਣ ਤੋਂ ਬਾਅਦ 3,75,000 ਤੋਂ ਵੱਧ ਭਾਰਤੀ ਦੇਸ਼ ਵਾਪਸ ਆਏ ਨੇ। जब से ये युद्ध शुरू हुआ है तब से ही प्रभावित देशों में हर भारतीय को जरूरी मदद दी जा रही है। अध्यक्ष जी, प्रभावित देशों में हमारे जितने भी मिशन हैं वो निरंतर भारतीयों की मदद करने में जुटे हैं। अध्यक्ष जी, संकट की स्थिति में देश विदेश में भारतीयों की सुरक्षा हमारी बहुत बड़ी प्राथमिकता रही है। युद्ध शुरू होने के बाद से लेकर अब तक 3,75,000 से अधिक भारतीय सुरक्षित भारत लौट चुके हैं। माननीय अध्यक्ष जी, भारत में बड़ी मात्रा में कच्चा तेल, गैस और फर्टिलाइजर जैसी अनेक जरूरी चीजें हॉर्मुज स्ट्रेट के रास्ते से आती हैं। युद्ध के बाद से ही हॉर्मुज स्ट्रेट में जहाजों का आना जाना बहुत चुनौतीपूर्ण हो गया है। बावजूद इसके हमारी सरकार का ये प्रयास रहा है कि पेट्रोल, डीजल और गैस की सप्लाई बहुत ज्यादा प्रभावित न हो। देश के सामान्य परिवारों को परेशानी भी कम से कम हो, इस पर हमारा फोकस रहा है। हम सभी जानते हैं देश अपनी जरूरत की 60% एलपीजी आयात करता है। इसकी सप्लाई में अनिश्चितता के कारण सरकार ने एलपीजी के डोमेस्टिक उपयोग को प्राथमिकता दी है। साथ ही एलपीजी के देश में ही उत्पादन को भी बढ़ाया जा रहा है। पेट्रोल, डीजल की सप्लाई पूरे देश में सुचारू रूप से होती रहे, इस पर भी लगातार काम किया गया है। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਹਰ ਸੈਕਟਰ ਦੇ ਨਾਲ ਸੰਪਰਕ ਦੇ ਵਿੱਚ ਹਾਂ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਗੱਲ ਦਾ ਧਿਆਨ ਰੱਖ ਰਹੇ ਹਾਂ। ਪਰ ਆਉਣ ਵਾਲਾ ਸੰਕਟ ਸਾਡੇ ਦੇਸ਼ ਦੇ ਲਈ ਇੱਕ ਵੱਡੀ ਪ੍ਰੀਖਿਆ ਹੋਵੇਗਾ। ਪੀਐਮ ਨੇ ਕਿਹਾ ਕਿ ਹਾਰਮੂਜ਼ ਸਭ ਤੋਂ ਵੱਡਾ ਵਿਸ਼ਵ ਵਪਾਰ ਰਸਤਾ ਹੈ। ਇਸ ਰਸਤੇ ਰਾਹੀਂ ਗੈਸ ਅਤੇ ਖਾਦ ਦੀ ਵੱਡੀ ਮਾਤਰਾ ਲੰਘਦੀ ਹੈ। ਕੋਸ਼ਿਸ਼ ਹੈ ਕਿ ਤੇਲ ਅਤੇ ਗੈਸ ਜਿੱਥੋਂ ਵੀ ਸੰਭਵ ਹੋਵੇ ਭਾਰਤ ਪਹੁੰਚੇ। कि बातचीत और कूटनीति ही इस समस्या का समाधान है। हमारे हर प्रयास तनाव को कम करने, इस संघर्ष को समाप्त करने के लिए है। इस युद्ध में किसी के भी जीवन पर संकट मानवता के हित में नहीं है। इसलिए भारत का प्रयास सभी पक्षों को जल्द से जल्द शांतिपूर्ण समाधान के लिए प्रोत्साहित करने का है। अध्यक्ष जी, जब ऐसे संकट आते हैं तो कुछ तत्व इसका गलत फायदा उठाने की कोशिश भी करते हैं। इसलिए कानून व्यवस्था सुनिश्चित करने वाली सभी एजेंसियों को अलर्ट पर रखा गया है। कोस्टल सिक्योरिटी हो, बॉर्डर सिक्योरिटी हो, साइबर सिक्योरिटी हो, स्ट्रेटेजिक इंस्टॉलेशंस हो,
सबकी सुरक्षा को और मजबूत किया जा रहा है। अध्यक्ष जी, इस युद्ध के कारण दुनिया में जो कठिन हालात बने हैं, उनका प्रभाव लंबे समय तक बने रहने की आशंका है। इसलिए हमें तैयार रहना होगा, हमें एकजुट रहना होगा। हम कोरोना के समय भी एकजुटता से ऐसी चुनौतियों का सामना कर चुके हैं। अब हमें फिर से उसी तरह तैयार रहने की आवश्यकता है। ਜੀ ਹਾਂ, ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਤਾਰ ਦੇਸ਼ ਦੀ ਆਵਾਮ ਨੂੰ ਇਹ ਯਕੀਨ ਦਿਵਾਇਆ ਜਾ ਰਿਹਾ ਸੀ ਕਿ ਸਰਕਾਰ ਜੋ ਹੋ ਸਕੇ ਕਰ ਰਹੀ ਹੈ, ਪਰ ਜਿਸ ਤਰ੍ਹਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਨੂੰ ਲੈ ਕੇ ਸੰਕਟ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਹਾਲਾਤ ਕੋਰੋਨਾ ਵਰਗੇ ਬਣ ਸਕਦੇ ਨੇ, ਉਸ ਨੇ ਆਮ ਲੋਕਾਂ ਦੇ ਜ਼ਿਹਨ ਵਿੱਚ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਜਿਵੇਂ ਕਿ ਆਰਥਿਕ ਲਾਕਡਾਊਨ ਵੱਲ ਵੱਧ ਰਿਹਾ ਹੈ ਭਾਰਤ, ਕਿ ਸਿਲੰਡਰ ਤੋਂ ਬਾਅਦ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਵੀ ਹੋ ਸਕਦਾ ਹੈ ਵਾਧਾ, ਕਿ ਕੋਰੋਨਾ ਵਾਂਗ ਦੇਸ਼ ਦੇ ਵਿੱਚ ਮੁੜ ਬਣਨਗੇ ਹਾਲਾਤ, ਲੱਗਣਗੀਆਂ ਪਾਬੰਦੀਆਂ, ਕਿ ਔਡ ਈਵਨ ਦੇ ਹਿਸਾਬ ਨਾਲ ਚੱਲਣਗੇ ਵਾਹਨ, ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਮਾਇਨੇ ਕੀ, ਲੋਕਾਂ ਦੇ ਦਿਲਾਂ ਵਿੱਚ ਕੀ ਸ਼ੰਕੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਕਿ ਸਿਲੰਡਰ ਪੈਟਰੋਲ ਡੀਜ਼ਲ ਨੂੰ ਜਮ੍ਹਾਂ ਕਰਨ ਦੀ ਲੋੜ ਹੈ, ਕਿ ਬੈਂਕਾਂ ਦੇ ਵਿੱਚੋਂ ਕਢਵਾ ਕੇ ਕੋਲ ਕੈਸ਼ ਰੱਖਣ ਦੀ ਲੋੜ ਹੈ, ਕਿ ਘਰ ਦੇ ਵਿੱਚ ਰਾਸ਼ਨ ਦਾ ਭੰਡਾਰਨ ਕਰਨ ਦੀ ਲੋੜ ਹੈ, ਕਿ ਹੁਣ ਹਰ ਜ਼ਰੂਰੀ ਚੀਜ਼ ਦੀ ਹੋਵੇਗੀ ਕਾਲਾ ਬਾਜ਼ਾਰੀ, ਕਿ ਰੋਜ਼ ਵਰਤੋਂ ਦੀਆਂ ਚੀਜ਼ਾਂ ਦੀਆਂ ਵਧਣਗੀਆਂ ਕੀਮਤਾਂ, ਕਿ ਹੁਣ ਮਾਰਕੀਟ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਾਂ ਨਹੀਂ। ਇਹ ਤਾਂ ਅਸੀਂ ਬੇਨਤੀ ਕਰਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਜੀ ਕਿ ਅੱਗੇ ਲੋਕ ਬਹੁਤ ਤੰਗੀ 'ਚ ਮਤਲਬ ਬਤੀਤ ਕੀਤਾ ਲੋਕਾਂ ਨੇ ਕਰੋਨਾ ਟਾਈਮ ਤੇ ਇਹੋ ਜਿਹੀ ਆਫਤ ਨਾ ਆਵੇ, ਇਹਦਾ ਕੋਈ ਹੱਲ ਕੱਢਿਆ ਜਾਵੇ। लॉकडाउन नहीं लगना चाहिए। हाँ हाँ जी, ये नहीं लगना चाहिए जी। अगे बहुत हाँ कणक की फसल आ रही है, हर पासे जाना आना बहुत तंगी हो जाती है जी। पहला कितनी कुछ कर रही है पिछले समय, पहला बहुत मुश्किल है, बड़ा नुकसान। हाँ बहुत ज़्यादा। ਮੈਂ ਕਹਿੰਦਾ ਮਾਨਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ, ਅਸੀਂ ਪੰਜਾਬ ਵੱਲੋਂ, ਬਠਿੰਡਾ ਵਾਸੀਆਂ ਵੱਲੋਂ, ਕਿ ਇਹੋ ਜਿਹਾ ਦੌਰ ਮੈਂ ਕਹਿੰਦਾ ਪ੍ਰਮਾਤਮਾ ਕਰਕੇ ਕਦੇ ਵੀ ਦੇਸ਼ 'ਚ ਨਾ ਆਵੇ। ਪਹਿਲਾਂ ਸਾਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਕਰਨੀਆਂ ਪਈਆਂ, ਕਿ ਜਿਵੇਂ ਤੁਸੀਂ ਐਂ ਲਾ ਲਓ ਕਿ ਜਿਵੇਂ ਲੋਕਡਾਊਨ ਲੱਗਿਆ ਸੀਗਾ, ਕਿ ਇੱਥੇ ਇੰਨੀ ਜ਼ਿਆਦਾ ਅੰਨਾਧਾਰੀ ਹੋਈ ਸੀਗੀ ਕਿ ਜਿਵੇਂ ਦੁਕਾਨਦਾਰ ਹੈ, ਜਿਹੜੀ ਚੀਜ਼ 100 ਰੁਪਏ ਦੀ ਸੀ ਉਹ 300 ਦੀ ਵਿਕੀ ਸੀਗੀ। ਠੀਕ ਹੈ, ਹੁਣ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖ ਲਓ, ਤੁਸੀਂ ਉੱਥੇ ਜੰਗ ਲੱਗੀ ਵੀ ਹੈ ਕਿ ਸਿਲੰਡਰ ਦੀ ਇੰਨੀ ਕੁ ਜ਼ਿਆਦਾ ਮੁਸ਼ਕਿਲ ਹੱਲ ਹੋਈ ਪਈ ਸਾਨੂੰ ਕਿ ਘਰਾਂ ਦੇ ਵਿੱਚ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ, ਕਿ ਜਿਵੇਂ ਕਿਸੇ ਵੀ ਢਾਬੇ ਵਾਲੇ ਆ ਉਹਨਾਂ ਨੂੰ ਵੀ ਜੇ ਸਿਲੰਡਰ ਮਿਲ ਰਿਹਾ, ਤੇ ਇਸ ਤਰ੍ਹਾਂ ਸਾਨੂੰ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ, ਬਠਿੰਡੇ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਇਹ ਉਹ ਸਵਾਲ ਨੇ ਜੋ ਇਸ ਸਮੇਂ ਹਰ ਕਿਸੇ ਦੇ ਜ਼ਿਹਨ ਵਿੱਚ ਨੇ, ਜਿਨ੍ਹਾਂ ਦੇ ਜਵਾਬ ਮਿਲਣੇ ਬੇहद ਜ਼ਰੂਰੀ ਵੀ ਨੇ, ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਕਸ਼ਮਕਸ਼ ਲਗਾਤਾਰ ਵਧਦੀ ਜਾ ਰਹੀ ਹੈ, ਦੁਵਿਧਾ ਲਗਾਤਾਰ ਵਧਦੀ ਜਾ ਰਹੀ ਹੈ। ਬਿਊਰੋ ਰਿਪੋਰਟ, PTC ਨਿਊਜ਼।